ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਮਨਾਂ ਦੀਆਂ ਖਿੰਡੀਆਂ ਹੋਈਆਂ ਬਿਰਤੀਆਂ ਨੂੰ ਉਕਾਗਰ ਕਰਦੇ ਹੋਏ ਕਰੀਏ ਰਸਨਾ ਪਵਿੱਤਰ ਤੇ ਬੋਲੀਏ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਕਰਮਾਂ ਵਾਲੇ ਆ, ਭਾਗਾਂ ਵਾਲੇ ਆ, ਜਿਨ੍ਹਾਂ ਨੂੰ ਆਪਾਂ ਨੂੰ ਸਾਰਿਆਂ ਨੂੰ ਜਿਹੜਾ ਗੁਰਬਾਣੀ ਨੂੰ ਸਮਝਣ ਦਾ ਪੜ੍ਹਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ। ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਬਿਨਾਂ ਭਾਗਾਂ ਤੋਂ ਕਰਮਾਂ ਤੋਂ ਸਤ ਸੰਗਤ ਦੀ ਪ੍ਰਾਪਤੀ ਨਹੀਂ ਹੁੰਦੀ ਅਤੇ ਬਿਨਾਂ ਸਤ ਸੰਗਤ ਤੋਂ ਮਨੁੱਖ ਦੇ ਮਨ ਨੂੰ ਮੈਲ ਲੱਗਦੀ ਜਾਂਦੀ ਹੈ ਅਤੇ ਮਨੁੱਖ ਦੀ ਪਰਮਾਤਮਾ ਤੋਂ ਦੂਰੀ ਵੱਧਦੀ ਜਾਂਦੀ ਹੈ। ਸੋ ਆਪਾਂ ਨੂੰ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਹੋਈਆਂ। ਸਤਿਗੁਰਾਂ ਦਾ ਕੋਟਨ ਕੋਟ ਵਾਰ ਧੰਨਵਾਦ ਕਰਦੇ ਹਾਂ। ਆਓ ਸਮੇਂ ਦਾ ਲਾਹਾ ਲੈਂਦੇ ਹੋਏ ਮਨ ਬਿਰਤੀਆਂ ਕਾਗਰ ਕਰਕੇ ਸਮਝੀਏ, ਸੁਣੀਏ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੀ ਸਮਝਾ ਰਹੇ ਹਨ। ਰਾਗ ਗੁਜਰੀ ਮਹੱਲਾ ਚੌਥਾ। ਹਰਿ ਕੇ ਜਨ ਸਤਿਗੁਰ ਸਤਿਪੁਰਖਾ, ਬਿਨੁ ਕਰੋ ਗੁਰ ਪਾਸ। ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ, ਕਰ ਦਇਆ ਨਾਮ ਪਰਗਾਸ। ਗੁਰਮੁਖ ਪਿਆਰਿਓ, ਰਾਗ ਗੁਜਰੀ ਦੇ ਵਿੱਚ ਮਹੱਲਾ ਚੌਥਾ ਤੋਂ ਭਾਵ ਹੈ ਚੌਥੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਮੁਖ ਵਿੱਚੋਂ ਇਹ ਉਚਾਰਨ ਕੀਤਾ ਹੋਇਆ ਪਵਿੱਤਰ ਸ਼ਬਦ ਹੈ। ਪਹਿਲੀ ਪੰਕਤੀ ਵਿੱਚ ਸਮਝਾ ਰਹੇ ਹਨ ਕਿ ਹਰਿ ਕੇ ਜਨ ਸਤਿਗੁਰ ਸਤਿਪੁਰਖਾ, ਬਿਨੁ ਕਰੋ ਗੁਰ ਪਾਸ। ਗੁਰੂ ਦੇ ਪਾਸ ਇਹ ਗੁਰਮੁਖ ਪਿਆਰਿਓ ਬੇਨਤੀ ਕਰੋ, ਅਰਜ਼ੋਈ ਕਰੋ, ਅਰਦਾਸ ਕਰੋ, ਕਿਉਂਕਿ ਗੁਰੂ ਨਾਲ ਜੁੜੇ ਤੋਂ ਬਿਨਾਂ, ਗਿਆਨ ਤੋਂ ਬਿਨਾਂ ਅਸੀਂ ਉਹ ਪਰਮਾਤਮਾ ਤੱਕ ਨਹੀਂ ਪਹੁੰਚ ਸਕਦੇ। ਇੱਕੋ ਇੱਕ ਇਹ ਰਸਤਾ ਜਿਹਦੇ 'ਤੇ ਸਾਰੇ ਮਨੁੱਖ, ਕੀ ਬੀਬੀ ਭੈਣ, ਕੋਈ ਵੀ ਧਰਮ ਦਾ ਮਨੁੱਖ ਆ, ਇਹ ਸਰਵਣ ਕਰਕੇ ਗਿਆਨ ਦੇ ਰਾਹੀਂ ਪਰਮਾਤਮਾ ਤੱਕ ਪਹੁੰਚ ਸਕਦਾ। ਹੋਰ ਕੋਈ ਰਸਤਾ ਨਹੀਂ ਸਾਡੇ ਵਾਸਤੇ। ਸਾਨੂੰ ਅਲਰਟ ਕੀਤਾ, ਸਮਝਾਇਆ ਗਿਆ ਕਿ ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ। ਭਾਈ ਗੁਰਮੁਖ ਪਿਆਰਿਆ, ਐਵੇਂ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਬਾਰ-ਬਾਰ ਟੱਕਰਾਂ ਨਾ ਮਾਰਦਾ ਫਿਰੀ। ਸਤਿਗੁਰਾਂ ਦੇ ਗਿਆਨ ਤੋਂ ਬਿਨਾਂ, ਗੁਰੂ ਦੇ ਗਿਆਨ ਤੋਂ ਬਿਨਾਂ ਨਾ ਕਿਸੇ ਨੇ ਅੱਜ ਤੱਕ ਪ੍ਰਾਪਤੀ ਕੀਤੀ ਹੈ ਅਤੇ ਨਾ ਕੋਈ ਕਰ ਸਕਦਾ। ਕਿਉਂ ਜੀ? ਸਤਿਗੁਰ ਵਿੱਚ ਆਪ ਰੱਖਿਓਨ, ਕਰ ਪ੍ਰਗਟ ਆਖ ਸੁਣਾਇਆ। ਕਿਉਂਕਿ ਸਤਿਗੁਰਾਂ ਦੇ ਵਿੱਚ ਸਤਿਗੁਰੂ ਉਹ ਹੁੰਦਾ ਸੱਚ ਦਾ ਗਿਆਨ ਦੇਣ ਵਾਲਾ। ਸੱਚ ਦੇ ਗਿਆਨ 'ਤੇ ਚੱਲ ਕੇ ਹੀ, ਨਾਮ ਦੀ ਪ੍ਰਾਪਤੀ ਕਰਕੇ ਹੀ ਅਸੀਂ ਪਰਮਾਤਮਾ ਦੀ ਪ੍ਰਾਪਤੀ ਕਰ ਸਕਦੇ ਹਾਂ। ਪਰਮਾਤਮਾ ਦੇ ਨਾਲ ਸਾਡਾ ਮਿਲਾਪ ਹੋ ਸਕਦਾ ਹੈ। ਤਾਂ ਜ਼ਰੂਰੀ ਹੈ ਭਾਈ, ਕਿਉਂਕਿ ਸਤਿਗੁਰੂ ਵਿੱਚ ਆਪ ਰੱਖਿਓਨ, ਪਰਮਾਤਮਾ ਦਾ ਗਿਆਨ ਆ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਪ ਬੈਠੇ ਆ। ਜਾਗਤ ਜੋਤ ਆ, ਜਿਹੜਾ ਵੀ ਮਨ ਜੁੜ ਜਾਵੇਗਾ ਉਹਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਵੇਗੀ।
ਕਰ ਪ੍ਰਗਟ ਆਖ ਸੁਣਾਇਆ। ਜਿਹੜਾ ਸੁਣ ਲਵੇਗਾ, ਮੰਨ ਲਵੇਗਾ, ਉਹਦੇ ਅੰਦਰੋਂ ਪ੍ਰਮਾਤਮਾ ਪ੍ਰਗਟ ਹੋ ਜਾਵੇਗਾ। ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ। ਜਿਹੜੇ ਸਤਿਗੁਰਾਂ ਦੀ ਬਾਣੀ ਨਾਲ ਜੁੜ ਜਾਂਦੇ ਆ ਉਹ ਸਦਾ ਵਾਸਤੇ ਜਿਉਂਦੇ ਮੁਕਤ ਹੋ ਜਾਂਦੇ ਆ, ਤੇ ਵਿੱਚੋਂ ਮੋਹ ਮਾਇਆ ਦਾ ਪ੍ਰਭਾਵ ਆ ਜਿਹੜਾ ਉਹਨਾਂ ਦੇ ਅੰਦਰੋਂ ਚੱਕਿਆ ਜਾਂਦਾ। ਉੱਤਮ ਇਹੋ ਵਿਚਾਰ ਹੈ, ਜਿਨ ਸੱਚੇ ਸਿਉ ਚਿੱਤ ਲਾਇਆ। ਸਾਰਿਆਂ ਤੋਂ ਉੱਤਮ ਇਹੀ ਵਿਚਾਰ ਆ ਜਿਹਨੇ ਸੱਚੇ ਪ੍ਰਮਾਤਮਾ ਦੇ ਨਾਲ ਚਿੱਤ ਜੋੜ ਲਿਆ, ਜਗਜੀਵਨ ਦਾਤਾ ਪਾਇਆ। ਜਗਤ ਨੂੰ ਜੀਵਨ ਦੇਣ ਵਾਲਾ ਪ੍ਰਮਾਤਮਾ ਵਾਹਿਗੁਰੂ ਸਮਝ ਲਓ ਉਹਨੇ ਪਾ ਲਿਆ। ਇਹ ਆ ਸਤਿਗੁਰੂ ਦੀ ਵਡਿਆਈ। ਹੁਣ ਅਸੀਂ ਬੇਨਤੀ ਕਰਨੀ ਆ, ਹਰ ਕੇ ਜਨ ਸਤਿਗੁਰ ਸਤਿਪੁਰਖਾ। ਹੇ ਹਰੀ ਦੇ ਜਨੋ, ਪ੍ਰਮਾਤਮਾ ਨਾਲ ਮਿਲਣ ਦੀ ਇੱਛਾ ਰੱਖਣ ਵਾਲਿਓ, ਬਿਨੋ ਕਰੋ ਗੁਰ ਪਾਸ। ਆਓ ਭਾਈ ਸਾਰੇ ਮਿਲ ਕੇ ਗੁਰੂ ਦੇ ਪਾਸ ਬੇਨਤੀ ਕਰੀਏ ਕਿ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇਹ ਆਤਮਿਕ ਗਿਆਨ ਭਾਵ ਨਾਮ ਦਾ ਕਿਣਕਾ ਬਖਸ਼ ਦੇਵੋ। ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ, ਕਰ ਦਇਆ ਨਾਮ ਪ੍ਰਗਾਸ। ਪਹਿਲਾਂ ਸਭ ਤੋਂ ਡਿੱਗਣਾ ਪਊਗਾ। अब हम चली ठाकर पहार, जब हम शरण प्रभु की आई, राख प्रभु भावें मार। असी कासे जोगे नहीं है, सानू कुछ भी नहीं पता। असी बच्चे हाँ, अनभोल हाँ, अनजान हाँ। असी तो एक छोटे जे कीरे हाँ। हम कीरे किरम उदों भी छोटे, होर निमरता दे विच आउणा। सतगुर शरणाई, हे सतगुरु सच्चे पातशाह तुहाडी शरण दे विच आ गए हाँ। कर दया, साडे च गुण कोई नहीं, असी हक कोई नहीं रखते नाम दा, कोई ऐसा चंगा काम नहीं कीता। बस तुसी साडे ते किरपा करके अपने दयालु कृपालु सुभाअ दे कारण साडे ते दया कर देवो। नाम प्रगास, कि सानू नाम बख्श देवो, साडे अंदर प्रकाश हो जावे, चानण हो जावे। हुण नाम तो भाव बन गया कि अंदर चानण हो जाना। हुण समझो गुरबाणी इस जग मह चानण, कर्म बसै मन आए। हुण गुरबाणी आ जिहड़ी ये सारी चानण रूप आ, प्रकाश रूप आ, ज्ञान रूप आ। इत्थे गल आ गई साडे ते दया करो, सानू नाम बख्शो, साडे अंदर प्रकाश हो जावे, प्रगास हो जावे, साडे अंदर खेड़ा बन जावे। भाव अर्थ सानू ये आत्मिक ज्ञान बख्शो जी। मेरे मीत गुरुदेव मोको राम नाम प्रगास, गुरमत नाम मेरा प्राण सखाई, हर कीरत हमरी रह रास। रहाओ। रहाओ दियां पंक्तियां गुरमुख प्यारो हुंदियां सेंट्रल आइडिया। शब्द की जिहड़ी विचार आ, रहाओ की पंक्ति दे आले दुआले घुमदी है। जे किते ना समझ लगे, पहला रहाओ की पंक्ति नूं विचारना चाहिदा। गुरु पातशाह जी समझा रहे हैं कि मेरे मीत गुरदेव, हे मेरे मित्र, गुरुआं दे गुरु, मोको राम नाम प्रगास, मैनू राम दा नाम बख्श देवो ताकि मेरे अंदर खड़ाओ विगास आ जावे। गुरमत नाम मेरा प्राण सखाई। हुण नाम की है? नाम केड़ा मंगिया जा रहा? गुरमत। इत्थों क्लीयर हो गया। गुरमत गुरु दी मत, गुरु दा ज्ञान। गुरमत नाम मेरा प्राण सखाई। जे हुण कोई कहे ना भी किसी दा नाम किसी तरह दा, किसी दा किसी तरह दा, असी सिख कह सकते हैं कि गुरु दी मत लेना ही साडा नाम है। गुरमत नाम मेरा प्राण सखाई, ये मेरे प्राणा दा मित्र है। हर कीरत हमरी रह रास, हरी दी कीर्ति करनी, परमात्मा दी वडियाई करनी, यही साडी रास्ते दी पूंजी है जी। रहाओ। हर जन के बड़ भाग बडेरे, जिन हर हर शरदा हर प्यास। गुरु बाबा जी समझा रहे हैं कि हरि दे जन जो दास बन जाते हैं, हरि दे जन बन जाते हैं, परमात्मा दे भगत बन जाते हैं, उन्हां दे बड़ भाग,
ਉਹਨਾਂ ਦੇ ਵੱਡੇ ਭਾਗ ਮੰਨੇ ਜਾਂਦੇ ਆ। ਗੁਰਬਾਣੀ ਮੁਤਾਬਕ ਵੱਡੇ ਭਾਗ ਇਹ ਨਹੀਂ ਮੰਨੇ ਜਾਂਦੇ ਕਿ ਵੱਡਾ ਪਰਿਵਾਰ ਆ, ਵੱਡੀ ਦੁਨੀਆ ਦੇ ਵਿੱਚ ਚੜ੍ਹਾਈ ਆ, ਵੱਡਾ ਪੈਸਾ, ਵੱਡੀਆਂ ਕਾਰਾਂ, ਵੱਡੀਆਂ ਕੋਠੀਆਂ। ਨਹੀਂ, ਜਿਹੜਾ ਪ੍ਰਮਾਤਮਾ ਦੀ ਭਗਤੀ ਵਿੱਚ ਲੱਗਿਆ ਹੋਇਆ, ਜਿਹੜਾ ਉਹਦੇ ਭੈ ਵਿੱਚ ਜੀਵਨ ਕੱਟ ਰਿਹਾ, ਨਿਮਰਤਾ ਦੇ ਵਿੱਚ ਚੱਲ ਰਿਹਾ, ਉਹਨੂੰ ਵੱਡੇ ਭਾਗ ਕਿਹਾ। ਹਰ ਜਨ ਕੇ ਵੱਡ ਭਾਗ ਵਡੇਰੇ, ਜਿਨ ਹਰ ਹਰ ਸ਼ਰਧਾ। ਜਿਨ੍ਹਾਂ ਨੂੰ ਹਰੀ ਤੇ ਸ਼ਰਧਾ ਬਣ ਗਈ, ਹਰ ਪਿਆਸ, ਹਰੀ ਨੂੰ ਜਾਣਨ ਦੀ ਅੰਦਰ ਪਿਆਸ ਪੈਦਾ ਹੋ ਗਈ, ਉਹਨੂੰ ਵੱਡੇ ਭਾਗਾਂ ਵਾਲੇ ਕਹਿ ਸਕਦੇ ਹਾਂ ਜੀ। ਹਰ ਹਰ ਨਾਮ ਮਿਲੈ ਤ੍ਰਿਪਤਸ ਹੈ, ਮਿਲ ਸੰਗਤ ਗੁਣ ਪ੍ਰਗਾਸ। ਹਰ ਹਰ ਨਾਮ, ਹਰੀ ਦਾ ਨਾਮ, ਪਰਮਾਤਮਾ ਦਾ ਨਾਮ ਮਿਲੈ। ਜੇ ਕਿਸੇ ਨੂੰ ਮਿਲ ਜਾਵੇ, ਮਿਲਦਾ ਕਿਵੇਂ ਆ? ਹੁਣ ਆਪਾਂ ਦੇਖੋ ਸਾਰਾ ਸਮਝ ਲਿਆ ਕਿ ਇਸ ਤਰ੍ਹਾਂ ਬੈਠ ਕੇ ਗੁਰੂ ਦੀ ਹਜ਼ੂਰੀ ਦੇ ਵਿੱਚ ਬੜੀ ਸ਼ਰਧਾ ਭਾਵਨਾ ਦੇ ਨਾਲ ਗੁਰਬਾਣੀ ਨੂੰ ਸਰਵਣ ਕਰਨਾ। ਸਾਡੇ ਅੰਦਰ ਪਿਆਸ ਪੈਦਾ ਹੋਵੇਗੀ, ਤੜਪ ਪੈਦਾ ਹੋਵੇਗੀ, ਕਸ਼ਿਸ਼ ਪੈਦਾ ਹੋਵੇਗੀ, ਫਿਰ ਕੋਸ਼ਿਸ਼ ਕਰਾਂਗੇ ਤੇ ਫਿਰ ਮਿਲਾਪ ਹੋ ਜਾਵੇਗਾ। ਹਲੇ ਕਸ਼ਿਸ਼ ਪੈਦਾ ਕਰਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ, ਕਿਉਂਕਿ ਆਪਾਂ ਨਵੇਂ ਚੱਲੇ ਸਿਖਿਆਰਥੀ ਹਾਂ। ਹਰ ਹਰ ਨਾਮ ਮਿਲੈ, ਜਿਨ੍ਹਾਂ ਨੂੰ ਹਰੀ ਦਾ ਨਾਮ ਮਿਲ ਜਾਂਦਾ ਹੈ, ਨਿਸ਼ਾਨੀ ਕੀ ਹੈ? ਤ੍ਰਿਪਤਸ ਹੈ, ਉਹ ਤ੍ਰਿਪਤ ਹੋ ਜਾਂਦੇ ਹਨ। ਕਿਵੇਂ ਮਿਲਦਾ? ਮਿਲ ਸੰਗਤ, ਜਿਹੜੇ ਸੰਗਤ ਦੇ ਵਿੱਚ ਬੈਠਦੇ ਆ। ਜਿਵੇਂ ਹੁਣ ਆਪਾਂ ਬੈਠੇ ਆ ਗੁਰੂ ਦੀ ਹਜ਼ੂਰੀ ਦੇ ਵਿੱਚ, ਆਪਾਂ ਇਕੱਠੇ ਹੋ ਕੇ ਸਾਰੇ ਇਹ ਸਮਝ ਰਹੇ ਆ, ਮੈਂ ਵੀ ਵਿੱਚ ਆ। ਗੁਰੂ ਪਾਤਸ਼ਾਹ ਜੀ ਉਪਦੇਸ਼ ਕਰ ਰਹੇ ਆ, ਚੌਥੇ ਪਾਤਸ਼ਾਹ ਜੀ ਦੀ ਬਾਣੀ ਹੈ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਸਮਝਾ ਰਹੇ ਹਨ। ਆਪਾਂ ਸਾਰੇ ਸਿਆਣੇ ਬੱਚੇ ਬਣ ਕੇ ਸੁਣ ਰਹੇ ਹਾਂ। ਇਹਨੂੰ ਸੰਗਤ ਕਿਹਾ ਜਾਂਦਾ। ਸਤ ਸੰਗਤ ਕੈਸੀ ਜਾਣੀ ਹੈ? ਜਿੱਥੇ ਇੱਕੋ ਨਾਮ ਬਖਾਣੀ ਹੈ, ਜਿੱਥੇ ਨਾਮ ਦਾ ਵਿਖਿਆਨ ਹੁੰਦਾ, ਜਿੱਥੇ ਪ੍ਰਮਾਤਮਾ ਨੂੰ ਜਾਣਨ ਦੀ ਗੱਲ ਹੁੰਦੀ ਹੈ, ਜਿੱਥੇ ਪ੍ਰਮਾਤਮਾ ਦੀਆਂ ਵਡਿਆਈਆਂ ਹੁੰਦੀਆਂ, ਉਹਨੂੰ ਸਤ ਸੰਗਤ ਕਿਹਾ ਜਾਂਦਾ। ਐਸੀ ਸਤ ਸੰਗਤ ਦੇ ਵਿੱਚ ਮਿਲਣ ਦੇ ਨਾਲ ਮਿਲ ਸੰਗਤ ਗੁਣ ਪ੍ਰਗਾਸ਼। ਕੀ ਹੋਵੇਗਾ ਭਾਈ? ਜਦੋਂ ਤੂੰ ਬੈਠੇਗਾ, ਤੇਰੇ ਅੰਦਰ ਜਿਹੜਾ ਗੁਣਾਂ ਦਾ ਖਜ਼ਾਨਾ ਪ੍ਰਮਾਤਮਾ ਨੇ ਦੇ ਕੇ ਭੇਜਿਆ ਨਾ, ਉਹ ਬੰਦ ਪਿਆ, ਉਹ ਖੁੱਲ੍ਹਣਾ ਸ਼ੁਰੂ ਹੋ ਜਾਵੇਗਾ, ਪ੍ਰਗਾਸ਼ ਹੋ ਜਾਵੇਗਾ। ਭਾਵ ਅਰਥ ਸੌਖੇ ਸ਼ਬਦਾਂ 'ਚ ਕਹਿ ਦਈਏ, ਤੇਰੇ ਔਗਣ ਮਿਟਣੇ ਸ਼ੁਰੂ ਹੋ ਜਾਣਗੇ, ਤੇਰੇ ਅੰਦਰ ਗੁਣ ਪ੍ਰਗਾਸ਼ ਹੋਣੇ ਸ਼ੁਰੂ ਹੋ ਜਾਣਗੇ ਜੀ। ਜਿਨ ਹਰ 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 ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ। ਇੱਥੋਂ ਭਾਈ ਦੋ ਬਿਰਤੀਆਂ ਬਣ ਗਈਆਂ। ਇਹ ਇਨਸਾਨ, ਉਹ ਵਾਹਿਗੁਰੂ ਪ੍ਰਮਾਤਮਾ ਨੇ ਤੈਨੂੰ ਜਨਮ ਦਿੱਤਾ, ਪ੍ਰਮਾਤਮਾ ਨੇ ਤੈਨੂੰ ਦੁਨੀਆ ਤੇ ਭੇਜਿਆ, ਤੇ ਗੁਰੂਆਂ ਨੇ ਬਹੁਤ ਵੱਡੀ ਘਾਲਣਾ ਕਰਕੇ ਘਾਲ ਕੇ ਸਾਰੇ ਇਹ ਗਿਆਨ, ਜਿਹੜਾ ਭਗਤਾਂ ਦਾ ਗਿਆਨ ਇਕੱਤਰ ਕਰਕੇ ਸਾਡੇ ਤੱਕ ਪਹੁੰਚਾਇਆ। ਤੇ ਫਿਰ ਬਹੁਤ ਸਾਰੇ ਗੁਰਮੁਖ ਪਿਆਰਿਆਂ ਨੇ ਕੁਰਬਾਨੀਆਂ ਕਰਕੇ, ਆਪਣੀਆਂ ਜਾਨਾਂ ਵਾਰ ਕੇ ਸਾਡੇ ਤੱਕ ਇਹ ਗਿਆਨ ਪਹੁੰਚਦਾ ਕੀਤਾ, ਤੇ ਅਸੀਂ ਇਹ ਗਿਆਨ ਪ੍ਰਾਪਤ ਕਰਕੇ ਪਰਮਾਤਮਾ ਦੇ ਨੇੜੇ ਹੋ ਸਕਦੇ ਹਾਂ। ਸਾਡੇ ਸਿੱਖਾਂ ਦੇ ਵਾਸਤੇ ਗੁਰਬਾਣੀ ਨੂੰ ਪੜ੍ਹਨਾ, ਸੁਣਨਾ, ਸਮਝਣਾ ਅਤੀ ਜ਼ਰੂਰੀ ਹੈ। ਜਿਹੜੇ ਇੱਧਰਲੇ ਪਾਸੇ ਨੂੰ ਲੱਗ ਜਾਂਦੇ ਆ, ਉਹ ਗੁਰਮੁਖ ਬਣਨੇ ਸ਼ੁਰੂ ਹੋ ਜਾਂਦੇ ਆ, ਗੁਣਾਂ ਦਾ ਪ੍ਰਗਾਸ਼ ਹੋ ਜਾਂਦਾ। ਜੇ ਨਹੀਂ ਲੱਗਦੇ, ਫਿਰ ਨੁਕਸਾਨ ਕੀ ਹੁੰਦਾ? ਕਿਉਂਕਿ ਦੋਨੇ ਪੱਖ ਹੀ ਸਮਝਣੇ ਜ਼ਰੂਰੀ ਹੈ ਨਾ, ਵੀ ਜੇ ਤਾਂ ਭਾਈ ਤੂੰ ਐਂ ਕਰ ਲੇਗਾ, ਧੱਕਾ ਕਿਸੇ ਨਾਲ ਨਹੀਂ। ਇੱਕ ਗੱਲ ਯਾਦ ਰੱਖਿਓ, ਗਿਆਨ ਦਿੱਤਾ ਨਹੀਂ ਜਾ ਸਕਦਾ, ਗਿਆਨ ਲਿਆ ਜਾ ਸਕਦਾ। ਜਿਹਨੇ ਲੈਣਾ ਇਸ ਰਸਤੇ ਤੇ ਚੱਲ ਪਿਆ, ਜਿਹਨੇ ਨਹੀਂ ਲਿਆ ਉਹਦਾ ਨੁਕਸਾਨ ਕੀ ਹੈ, ਉਹ ਵੀ ਸਮਝਾ ਰਹੇ ਹਨ। ਜਿਨ ਹਰ 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 ਰਸ ਨਾਮ ਨਾ ਪਾਇਆ, ਜਿਨ੍ਹਾਂ ਨੇ ਇਹ ਨਾਮ ਪ੍ਰਾਪਤ ਨਾ ਕੀਤਾ, ਜਿਨ੍ਹਾਂ ਨੇ ਇਹ ਆਤਮਿਕ ਗਿਆਨ ਪ੍ਰਾਪਤ ਨਾ ਕੀਤਾ, ਤੇ ਭਾਗਹੀਣ, ਉਹ ਵੱਡੇ ਜਿੱਡੇ ਮਰਜ਼ੀ ਦੁਨੀਆ ਦੇ ਵਿੱਚ ਬਣ ਜਾਣ, ਗੁਰਬਾਣੀ ਮੁਤਾਬਕ ਉਹ ਭਾਗਾਂ ਤੋਂ ਹੀਣੇ ਆ। ਉਹ ਆਪਣੇ ਖਜ਼ਾਨੇ ਨੂੰ ਵਰਤ ਨਹੀਂ ਸਕੇ। ਜਿਹੜਾ ਕਰੋੜਾਂ ਦਾ ਮੁੱਲ ਕੋਈ ਵੀ ਨਹੀਂ ਅਮੁੱਲ ਆ, ਅਮੁੱਲ ਵਪਾਰੀਏ, ਮੁੱਲ ਭੰਡਾਰ। ਇਹ ਗੁਣਾਂ ਦਾ ਕੋਈ ਮੁੱਲ ਥੋੜ੍ਹੀ ਹੈ ਕਿ ਇੱਕ ਨਿਮਰਤਾ ਦਾ ਗੁਣ ਆ ਜਾਵੇ, ਸਹਿਣਸ਼ੀਲਤਾ ਦਾ ਗੁਣ ਆ ਜਾਵੇ। ਨਹੀਂ, ਇਹ ਐਂ ਨਹੀਂ ਆਉਂਦਾ। ਇਹਦੇ ਵਾਸਤੇ ਜਿਹੜੀ ਅਕਲ ਲੈਣੀ ਆ ਨਾ, ਇਹਦੇ ਵਾਸਤੇ ਮਿਹਨਤ ਕਰਨੀ ਪਵੇਗੀ। ਹੋਰ ਪੈਸਾ ਧੇਲਾ ਜਿਹੜਾ
ਕੋਈ ਬੰਦੇ ਦਾ ਕੁਦਰਤੀ ਕੋਈ ਪਿਛਲਾ ਕੋਈ ਨਿਕਲਿਆ ਆ, ਕੋਈ ਰਿਸ਼ਤੇਦਾਰੀ 'ਚ ਕੋਈ ਪੈਸਾ ਦੇ ਗਿਆ, ਕੋਈ FD ਕਰਾ ਗਿਆ, ਕਿਸੇ ਤਰ੍ਹਾਂ ਦਾ ਕਿਸੇ ਦਾ ਵਿਆਹ ਹੋ ਗਿਆ ਇਹੋ ਜਿਹੇ ਥਾਂ ਜਿੱਥੇ ਇਹ ਪੈਸਾ ਧੇਲਾ ਸਾਰਾ ਕੁਝ ਬਾਏ ਚਾਂਸ ਆ ਸਕਦਾ, ਪਰ ਗੁਰਮੁਖ ਪਿਆਰਿਓ ਅਕਲ ਨਹੀਂ ਬਾਏ ਚਾਂਸ ਆ ਸਕਦੀ। ਇਹ ਧੱਕੇ ਖਾਣੇ ਪੈਣਗੇ, ਮਿਹਨਤ ਕਰਨੀ ਪਵੇਗੀ ਅਕਲ ਪ੍ਰਾਪਤ ਕਰਨ ਵਾਸਤੇ। ਤੇ ਜਿਹੜੇ ਨਹੀਂ ਇੱਧਰਲੇ ਪਾਸੇ ਲੱਗਦੇ ਫਿਰ ਉਹਨਾਂ ਦਾ ਹਾਲ ਕੀ ਹੁੰਦਾ, ਉਹ ਭਾਗਾਂ ਤੋਂ ਹੀਣੇ ਹੁੰਦੇ ਆ। ਜਮ ਪਾਸ ਉਹ ਮਰਨ ਤੋਂ ਬਾਅਦ ਜਿਹੜੇ ਜਮਾਂ ਦੇ ਵੱਸ ਪੈਣਾ ਉਹ ਤਾਂ ਬਾਅਦ ਦੀਆਂ ਗੱਲਾਂ। ਉਹ ਪਹਿਲਾਂ ਹੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਨਿੰਦਿਆ, ਚੁਗਲੀ ਇਹ ਜਿਹੜੇ ਜਾਮਾਂ ਉਹ ਚਿੰਬੜ ਜਾਂਦੇ ਆ, ਉਹਨਾਂ ਨੂੰ ਉਹ ਜਮਾਂ ਦੇ ਨੇੜੇ ਚਲੇ ਜਾਂਦੇ ਆ। ਉਹ ਆਪਣੇ ਆਪ ਹੀ ਮਨੁੱਖ ਫਸਦਾ। ਹੁਣ ਗਿਆਨ ਸਾਹਮਣੇ ਪਿਆ, ਜੇ ਨਾ ਲਿਆ ਤਾਂ ਜਮਾਂ ਦੇ ਪਾਸ, ਜੇ ਲੈ ਲਿਆ ਤੇ ਫਿਰ ਅਸੀਂ ਨਿਕਲ ਵੀ ਸਕਦੇ ਹਾਂ। ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਹੜੇ ਸਤਿਗੁਰ ਦੀ ਸ਼ਰਨ ਦੇ ਵਿੱਚ ਨਹੀਂ ਆਏ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਦੇ ਵਿੱਚ ਨਹੀਂ ਆਏ। ਸ਼ਰਨ ਦੇ ਵਿੱਚ ਆਉਣਾ ਭਾਵ ਮੱਥਾ ਟੇਕਣਾ ਨਹੀਂ ਹੈ। ਸਤਿਗੁਰ ਨੂੰ ਸਭ ਕੋ ਦੇਖਦਾ, ਜੇਤਾ ਜਗਤ ਸੰਸਾਰ, ਡਿਠੇ ਮੁਕਤ ਨਾ ਹੋਵਈ, ਜਿਚਰ ਸ਼ਬਦ ਨਾ ਕਰਹਿ ਵਿਚਾਰ। ਜਿਹੜੇ ਸ਼ਬਦ ਦੀ ਵਿਚਾਰ ਕਰ ਕਰਕੇ ਢਲੇ ਨਹੀਂ ਮਨ ਤੇ ਸ਼ਰਨ ਦੇ ਵਿੱਚ ਨਹੀਂ ਆਏ, ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਬਾਬਾ ਜੀ ਕਹਿੰਦੇ ਉਹਨਾਂ ਦਾ ਤਾਂ ਤ੍ਰਿਗ ਜੀਵਨ ਆ, ਤ੍ਰਿਗ ਹੀ ਉਹਨਾਂ ਦੀ ਸਾਰੀ ਇਹ ਜਿਹੜੀ ਜ਼ਿੰਦਗੀ ਆ। ਜਿਹੜਾ ਜਿਉਣਗੇ, ਜੋ ਵੀ ਉਹ ਕਰਨਗੇ ਤੇ ਜੋ ਜਿਉਈ ਆ ਪਿੱਛੇ ਜੋ ਜਿਉਣਗੇ ਉਹ ਤ੍ਰਿਗ ਹੀ ਆ ਭਾਈ। ਜਿਨ ਹਰ ਜਨ ਸੰਗਤ, ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿੰਨ ਧੁਰ ਮਸਤਕ ਲਿਖਿਆ ਲਿਖਾਸ। ਤੇ ਜਿਨ੍ਹਾਂ ਹਰੀ ਜਨਾਂ ਨੇ ਸਾਨੂੰ ਤਿਆਰ ਕੀਤਾ ਜਾ ਰਿਹਾ, ਸੰਗਤ ਬਾਰੇ ਸਮਝਾਇਆ ਜਾ ਰਿਹਾ ਕਿ ਕੀ ਫਾਇਦੇ ਆ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਜਿਨ੍ਹਾਂ ਹਰੀ ਦੇ ਜਨਾਂ ਨੇ ਸਤਿਗੁਰੂ ਦੀ ਸੰਗਤ ਕਰ ਲਈ, ਤਿੰਨ ਧੁਰ ਮਸਤਕ ਲਿਖਿਆ ਲਿਖਾਸ। ਉਹਨਾਂ ਦੇ ਮਸਤਕ ਦੇ ਲੇਖ ਲਿਖੇ ਗਏ, ਜਾਂ ਆਪਾਂ ਐਂ ਕਹਿ ਦਈਏ ਵੀ ਲਿਖਿਆ ਤਾਂ ਲੇਖ ਮਿਲਾਪ ਦਾ, ਜਿਹਨੂੰ ਜਨਮ ਦੇਤਾ ਨਾ ਪ੍ਰਮਾਤਮਾ ਨੇ, ਆਪਦਾ ਮਿਲਾਪ ਦਾ ਲੇਖ ਤਾਂ ਜਿਹੜਾ ਲਿਖਿਆ ਹੋਇਆ, ਬਸ ਉਹ ਜਿਹੜਾ ਲੇਖ ਆ ਉਹਦੇ ਤੇ ਮਾਇਆ ਦੀ ਧੂੜ ਮਿੱਟੀ ਗਰਦ ਜੰਮੀ ਆ। ਜਿਸ ਤਰ੍ਹਾਂ ਆਪਾਂ ਸਫਾਈ ਕਰਕੇ ਅੰਦਰੋਂ ਵਧੀਆ ਚੀਜ਼ ਫੇਰ ਨਿਕਲ ਆਉਂਦੀ ਆ, ਇਸੇ ਤਰ੍ਹਾਂ ਜਿਹੜੇ ਸੁਣਨ ਲੱਗ ਜਾਂਦੇ ਆ, ਜਿਹੜੇ ਇੱਧਰਲੇ ਪਾਸੇ ਨੂੰ ਚੱਲ ਪੈਂਦੇ ਆ, ਉਹਨਾਂ ਦੇ ਮਸਤਕ ਦੇ ਵਿੱਚ ਜਿਹੜਾ ਮਿਲਾਪ ਦਾ ਲੇਖ ਲਿਖਿਆ, ਚੰਗੇ ਗੁਣਾਂ ਦਾ ਲੇਖ ਆ, ਉਹ ਪ੍ਰਗਟ ਹੋਣਾ ਸ਼ੁਰੂ ਹੋ ਜਾਂਦਾ ਹੈ। ਧੰਨ ਧੰਨ ਸਤ ਸੰਗਤ, ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪਰਗਾਸ। ਧੰਨ ਧੰਨ ਸਤ ਸੰਗਤ, ਐਸੀ ਸਤ ਸੰਗਤ ਨੂੰ ਧੰਨ ਕਿਹਾ ਜਾਂਦਾ ਜਿੱਥੇ ਪਰਮਾਤਮਾ ਦੀ, ਰੱਬ ਦੀ, ਵਾਹਿਗੁਰੂ ਦੀ ਬੋਲੀ ਚਾਹੇ ਕਿਸੇ ਤਰ੍ਹਾਂ ਦੀ ਵੀ ਹੋਵੇ, ਤੇ ਜਿੱਥੇ ਪ੍ਰਮਾਤਮਾ ਦੀ ਗੱਲ ਹੁੰਦੀ ਆ, ਉਹਦਾ ਗਿਆਨ ਆ, ਉਹਦੀਆਂ ਵਡਿਆਈਆਂ ਹੁੰਦੀਆਂ, ਉਹਨੂੰ ਮਿਲਣ ਬਾਰੇ ਜਿਹੜੇ ਆ ਰਸਤੇ ਮਨੁੱਖ ਦੀ ਹਉਮੈ ਤੋੜਨ ਦੇ ਯਤਨ ਕੀਤੇ ਜਾਂਦੇ ਆ, ਐਸੀ ਸਤ ਸੰਗਤ ਧੰਨਤਾ ਦੇ ਯੋਗ ਆ। ਜਿਤ ਹਰ ਰਸ ਪਾਇਆ, ਸੰਗਤ ਦੇ ਵਿੱਚੋਂ ਹੀ ਹਰੀ ਦਾ ਰਸ ਪ੍ਰਾਪਤ ਹੁੰਦਾ ਹੈ, ਮਿਲ ਮਿਲਾਪ ਦੇ ਨੇੜੇ ਮਨੁੱਖ ਹੋ ਜਾਂਦਾ ਹੈ, ਜਨ ਜਨ ਬਣ ਜਾਂਦਾ, ਦਾਸ ਬਣ ਜਾਂਦਾ ਹੈ, ਨਾਨਕ ਨਾਮ ਪ੍ਰਗਾਸ। ਚੌਥੇ ਨਾਨਕ ਜੀ ਧੰਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਸਮਝਾ ਰਹੇ ਹਨ, ਇਹਨੂੰ ਕਹਿੰਦੇ ਆ ਨਾਮ ਮਿਲਣਾ। ਜਨ ਨਾਨਕ ਨਾਮ ਪ੍ਰਗਾਸ। ਨਾਮ ਕੀ ਹੈ? ਉਹਨਾਂ ਦੇ ਅੰਦਰ ਨਾਮ ਪ੍ਰਗਾਸ ਹੋ ਜਾਂਦਾ, ਐ ਕਹਿ ਲਈਏ। ਨਾਮ ਪ੍ਰਗਾਸ ਕੀ ਹੁੰਦਾ? ਭਾਵ ਕਿ ਆਤਮਿਕ ਗਿਆਨ ਹੋ ਜਾਂਦਾ, ਆਪਣੇ ਆਪ ਦੀ ਸੋਝੀ ਹੋ ਜਾਂਦੀ ਹੈ, ਪਤਾ ਲੱਗ ਜਾਂਦਾ ਕਿ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਦੀ ਕਿਰਪਾ ਦੇ ਨਾਲ ਮੈਂ ਤੁਰਿਆ ਫਿਰਦਾ, ਉਹਦੀ ਕਿਰਪਾ ਦੇ ਨਾਲ ਹੀ ਸਵਾਸ ਚੱਲਿਆ। ਨਹੀਂ ਮੇਰੇ ਵਰਗੇ ਪਤਾ ਨਹੀਂ ਰਾਤ ਕਿੰਨੇ ਸੁੱਤੇ ਪਏ ਰਹਿ ਗਏ ਹੋਣੇ ਆ, ਤੇ ਮੈਨੂੰ ਫੇਰ ਇੱਕ ਦਿਨ ਹੋਰ ਜਿਹੜਾ ਹੈ ਜ਼ਿੰਦਗੀ ਦੇਖਣ ਦਾ, ਦੁਨੀਆ ਦੇਖਣ ਦਾ ਮੌਕਾ ਮਿਲਿਆ। ਉਹ ਸਦਾ ਵਿਗਾਸ ਦੇ ਵਿੱਚ ਰਹਿੰਦੇ ਆ।
ਖੇੜੇ ਦੇ ਵਿੱਚ ਰਹਿੰਦੇ ਆ, ਉਹਨਾਂ ਨੂੰ ਨਾਮੀ ਕਿਹਾ ਜਾਂਦਾ। ਸਾਰੇ ਸ਼ਬਦ ਦਾ ਭਾਵ ਅਰਥ ਇਹ ਬਣ ਗਿਆ। ਅੱਜ ਸਤ ਸੰਗਤ ਦੀ ਵਡਿਆਈ ਦੱਸੀ ਆ ਕਿ ਭਾਈ ਜੇ ਤਾਂ ਸਤ ਸੰਗਤ ਦੇ ਵਿੱਚ ਬੈਠੋਗੇ ਤਾਂ ਮਨ ਪ੍ਰਮਾਤਮਾ ਵਾਲੇ ਪਾਸੇ ਚੱਲ ਪਊਗਾ। ਜੇ ਬਿਲਕੁਲ ਸਤ ਸੰਗਤ ਨਾ ਕਰਾਂਗੇ ਫਿਰ ਅਸੀਂ ਦੁਨੀਆ ਦੇ ਵਿੱਚ ਭਾਵੇਂ ਜਿੱਡੇ ਮਰਜ਼ੀ ਵੱਡੇ ਬਣੇ ਰਹੀਏ, ਪ੍ਰਮਾਤਮਾ ਦੇ ਦਰਗਾਹ ਦੇ ਵਿੱਚ, ਉਹਦੇ ਦਰ ਦੇ ਵਿੱਚ ਪ੍ਰਵਾਨ ਨਹੀਂ ਹੋ ਸਕਦੇ। ਇਸ ਕਰਕੇ ਸਤ ਸੰਗਤ ਕਰਨੀ ਬਹੁਤ ਜ਼ਰੂਰੀ ਹੈ ਜੀ। ਰਾਗ ਗੁਜਰੀ ਮਹੱਲਾ ਪੰਜਵਾ। ਅਗਲੇ ਸ਼ਬਦ ਦੀ ਬਖਸ਼ਿਸ਼ ਜੋ ਕੀਤੀ ਜਾ ਰਹੀ ਹੈ ਉਹ ਗੁਜਰੀ ਰਾਗ ਦੇ ਵਿੱਚ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਮੁਖ ਵਿੱਚੋਂ ਫਰਮਾਨ ਕੀਤਾ ਹੋਇਆ ਹੈ। ਪਹਿਲੇ 13 ਅੰਗਾਂ ਦੀ ਆਪਾਂ ਗੁਰਮੁਖ ਪਿਆਰਿਓ ਵਿਚਾਰ ਕਰ ਰਹੇ ਹਾਂ। ਗੁਰੂ ਪਾਤਸ਼ਾਹ ਜੀ ਨੇ ਪੰਜਵੇਂ ਪਾਤਸ਼ਾਹ ਜੀ ਦਾ ਸਾਡੇ ਉੱਪਰ, ਸਾਰੀ ਲੋਕਾਈ ਦੇ ਉੱਪਰ ਬਹੁਤ ਵੱਡਾ ਅਹਿਸਾਨ ਆ। ਸਾਰੀ ਬਾਣੀ ਨੂੰ ਇਕੱਤਰ ਕਰਕੇ ਉਹਨਾਂ ਨੇ ਇਹ ਬੀੜ ਬੰਨੀ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਰਚਨਾ ਹੋਈ, ਜਿੰਨੀ ਬਾਣੀ ਪਹਿਲਾਂ ਭਗਤਾਂ ਦੀ ਸੀ ਜਾਂ ਪਹਿਲੇ ਪਾਤਸ਼ਾਹਾਂ ਦੀ ਸੀ, ਸਾਰੀ ਤਰਤੀਬ ਕਰਕੇ ਲਾਈ। ਬਹੁਤ ਸੁੰਦਰ ਰਚਨਾ। ਜਦੋਂ ਅੰਦਰੋਂ ਅਸੀਂ ਦਰਸ਼ਨ ਕਰਦੇ ਹਾਂ ਕਿ ਪਹਿਲਾਂ ਇਹ 13 ਅੰਗ ਆ ਇਹ ਜਿਹੜੇ ਸ਼ਬਦ ਆ, ਜਿਵੇਂ ਹੁਣ ਗੁਜਰੀ ਰਾਗ ਦੇ ਵਿੱਚ ਵੀ ਇਹ ਸ਼ਬਦ ਆਵੇਗਾ ਪਰ ਥੋੜਾ ਥੋੜਾ ਫਰਕ ਪਿਆ ਹੋਵੇਗਾ, ਅਰਥ ਉਹੀ ਹੋਣਗੇ ਕਿਉਂਕਿ ਪਹਿਲਾਂ ਜਿਹੜੀਆਂ ਮੁੱਖ ਗੱਲਾਂ ਗੁਰੂ ਪਾਤਸ਼ਾਹ ਜੀ ਸਮਝਾਉਣਾ ਚਾਹੁੰਦੇ ਆ ਉਹ ਪਹਿਲੇ 13 ਅੰਗਾਂ ਦੇ ਵਿੱਚ ਆ। ਉਸ ਤੋਂ ਬਾਅਦ ਫਿਰ ਗੱਡੀ ਜਿਵੇਂ ਕਹਿ ਦਈਏ ਲੀਹ ਤੇ ਚੜ੍ਹ ਜਾਂਦੀ ਹੈ। ਪੰਜਵੇਂ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਪੰਜਵੇਂ ਪਾਤਸ਼ਾਹ ਜੀ ਨੂੰ ਇੱਕ ਵਾਰੀ ਆਪਣੇ ਹਿਰਦਿਆਂ ਚੋਂ ਨਮਸਕਾਰ ਕਰੀਏ ਜੀ। ਰਾਗ ਗੁਜਰੀ ਮਹੱਲਾ ਪੰਜਵਾਂ। ਗੁਜਰੀ ਰਾਗ ਵਿੱਚ ਪੰਜਵੇਂ ਪਾਤਸ਼ਾਹ ਜੀ ਦਾ ਫਰਮਾਨ ਕੀਤਾ ਹੋਇਆ ਸ਼ਬਦ ਹੈ ਜੀ। ਕਾਹੇ ਰੇ ਮਨ ਚਿਤ ਬਹਿ ਉਦਮ ਜਾ ਆਹਰ ਹਰ ਜਿਉ ਪਰਿਆ। हे ਮੇਰੇ ਮਨਾ, ਕਾਹੇ ਰੇ ਮਨ, ਐ ਮੇਰੇ ਮਨਾ, ਕਾਹੇ ਰੇ ਮਨ ਚਿਤ ਬਹਿ। ਹੁਣ ਚਿਤ ਬਹਿ ਸ਼ਬਦ ਆ ਜਿਹੜਾ, ਇਹਦਾ ਅਰਥ ਹੈ ਚੇਤਵਨੀ, ਚਿੰਤਾ। ਐ ਮੇਰੇ ਮਨਾ, ਤੂੰ ਕਿਉਂ ਚਿਤਵਦਾ, ਕਿਉਂ ਚਿੰਤਾ ਕਰਦਾ, ਕਿਉਂ ਚੇਤਵਨੀ ਲਾਈ ਆ। ਉਦਮ, ਪਰ ਤੂੰ ਉਦਮ ਜ਼ਰੂਰ ਕਰ। ਜਾਂ ਆਹਰ ਹਰ ਜਿਉ ਭਰਿਆ। ਹਰੀ ਨੇ, ਪ੍ਰਮਾਤਮਾ ਨੇ ਤੇਰਾ ਜਿਹੜਾ ਹੈ ਭੋਜਨ ਪਾਣੀ ਸਾਰਾ ਤੇਰਾ ਪ੍ਰਬੰਧ ਕਰਕੇ ਰੱਖਿਆ। ਤੂੰ ਛਕਣ ਵਾਲਾ ਬਣ। ਥੋੜੀ ਜਿਹੀ ਹਿੰਮਤ ਕਰ, ਉਦਮ ਕਰ। ਕਾਹਤੋਂ ਤੂੰ ਚਿਤਵਨੀ 'ਚ ਪਿਆ ਹੋਇਆ, ਕਾਹਤੋਂ ਮੇਰੇ ਮਨਾ ਫਿਕਰਾਂ ਦੇ ਵਿੱਚ ਪਿਆ ਹੋਇਆ। ਜਾਂ ਇਸ ਤਰ੍ਹਾਂ ਵੀ ਸਮਝ ਲਈਏ ਗੁਰਮੁਖ ਪਿਆਰਿਓ, ਜਿਵੇਂ ਉੱਪਰਲੇ ਸ਼ਬਦ ਦੇ ਵਿੱਚ ਸਮਝਾਇਆ ਕਿ ਸਤ ਸੰਗਤ ਕਰਨੀ ਬਹੁਤ ਜ਼ਰੂਰੀ ਹੈ। ਹੁਣ ਸਤ ਸੰਗਤ ਜੇ ਆਪਾਂ ਕਹੀਏ ਕਿਸੇ ਨੂੰ ਵੀ, ਕਿਉਂਕਿ ਹੁਣ ਜੇ 1 ਘੰਟਾ ਗੁਰਬਾਣੀ ਦੀ ਵਿਚਾਰ ਕਰਨੀ, ਆਪਾਂ ਸਾਰੇ ਸਿਆਣੇ ਆ ਵੀ 1 ਘੰਟੇ ਦੇ ਵਾਸਤੇ ਕਈ ਘੰਟੇ ਲੱਗ ਜਾਂਦੇ ਆ ਤਿਆਰੀ ਵਾਸਤੇ, ਜਾਂ ਕਿਵੇਂ 2 ਜਾਂ 3 ਘੰਟੇ ਕਹਿ ਲਈਏ। ਹੁਣ ਇੰਨਾ ਸਮਾਂ ਬੰਦਾ ਦੁਨਿਆਵੀ ਕੰਮਾਂ ਦੇ ਵਿੱਚੋਂ ਕਾਹਦੇ ਵਾਸਤੇ ਕਿਉਂ ਕੱਢੇ? ਕਈ ਵਾਰੀ ਮਨ ਦੇ ਵਿੱਚ ਸਵਾਲ ਆ ਜਾਂਦਾ ਗੁਰਮੁਖ ਪਿਆਰਿਓ। ਤੇ ਹੁਣ ਉਹ ਵੀ ਸਵਾਲ ਦਾ ਜਵਾਬ ਇਸ ਸ਼ਬਦ ਦੇ ਵਿੱਚ ਮਿਲੇਗਾ। ਕਾਹੇ ਰੇ ਮਨ ਚਿਤ ਬਹਿ ਉਦਮ ਜਾਂ ਆਹਰ ਹਰ ਜਿਉ ਪਰਿਆ। ਮੇਰੇ ਮਨਾ, ਤੂੰ ਗੁਰਬਾਣੀ ਨੂੰ ਟਿਕ ਕੇ ਸੁਣ। ਇਹ ਜਿਹੜਾ ਘੰਟਾ ਜਾਂ ਅੱਧਾ ਘੰਟਾ ਜਾਂ ਜਿੰਨਾ ਸਮਾਂ ਬਾਹਰੋਂ ਧਿਆਨ ਬਿਲਕੁਲ ਬੰਦ ਕਰ ਦੇ, ਕੋਈ ਵੀ ਚਿਤਵਨੀ ਦੁਨੀਆ ਦੀ ਨਾ ਲਾ। ਹਰੀ ਪਰਮਾਤਮਾ ਨੇ ਤੈਨੂੰ ਪੈਦਾ ਕੀਤਾ, ਬਹੁਤੀ ਅਕਲ ਵਾਲਿਆ, ਬਹੁਤੀ ਮੱਤ ਵਾਲਿਆ ਮੇਰੇ ਮਨਾ। ਉਹ ਤੂੰ ਸਤ ਸੰਗਤ ਦੇ ਵਿੱਚ ਵੀ ਟਿਕ ਕੇ ਨਹੀਂ ਬਹਿੰਦਾ, ਉੱਥੇ ਵੀ ਤੇਰੇ ਅੰਦਰ ਹਿਸਾਬ ਕਿਤਾਬ ਚੱਲੀ ਜਾਂਦਾ। ਕਈ ਵਾਰੀ ਪੱਗ ਪੁੱਗ ਬੰਨ੍ਹ ਕੇ ਸਾਰਾ ਕੁਝ ਕਰਕੇ ਆਪਾਂ ਗੁਰਦੁਆਰੇ ਭੱਜ ਕੇ ਮੱਥਾ ਟੇਕ ਕੇ ਆਉਂਦੇ ਆ, ਪਰ ਇਹ ਠੀਕ ਨਹੀਂ ਪਿਆਰਿਓ। ਉਹਦੇ ਵਾਸਤੇ ਟਾਈਮ ਕੱਢੋ ਥੋੜਾ ਬਹੁਤਾ। ਉਹ ਵੀ ਆਏ ਆ ਵੀ ਅੱਜ ਕਿਉਂ ਨਹੀਂ ਆਇਆ ਬਈ ਗੁਰਮੁਖਾ, ਅੱਜ ਜੀ ਪੱਗ ਨਹੀਂ ਬੰਨ੍ਹ ਹੋਈ, ਅੱਜ ਫਿਰ ਆਏ ਜਾਂਦੇ ਜਾਂਦੇ ਜੇ ਉਹ ਫਾਰਮੈਲਿਟੀ ਜੀ। ਨਾ ਨਾ, ਇਹਦੇ ਵਿੱਚੋਂ ਨਿਕਲੀਏ, ਗੁਰੂ ਦੇ ਜਿਹੜਾ ਅਸਲ ਦਰਸ਼ਨ ਅੰਦਰੋਂ ਗੁਰਬਾਣੀ ਨੂੰ ਪੜ੍ਹੀਏ, ਸੁਣੀਏ, ਸਮਝੀਏ।
ਤੇ ਜਾਂ ਫਿਰ ਇਸ ਤਰ੍ਹਾਂ ਮਨ ਦੇ ਵਿੱਚ ਲਾ ਲਈਏ, ਫਿਰ ਮਨ ਦੇ ਵਿੱਚ ਸਵਾਲ ਹੋ ਸਕਦਾ ਵੀ ਅਸੀਂ 2-3 ਘੰਟੇ ਜਾਂ ਘੰਟਾ ਕਿਉਂ ਖਰਾਬ ਕਰੀਏ। ਹੁਣ ਗੁਰੂ ਪਾਤਸ਼ਾਹ ਜੀ ਸਮਝਾ ਰਹੇ ਹਨ, ਅੰਦਰਲੀਆਂ ਦਾਤਾਂ ਮਿਲਣਗੀਆਂ, ਫਿਕਰ ਨਾ ਕਰ। ਕਿਹੜੀਆਂ ਚਿਤਵਨੀਆਂ 'ਚ ਪਿਆ, ਉਹ ਪ੍ਰਮਾਤਮਾ ਤੇ ਸਭ ਕੁਝ ਕਰਨ ਵਾਲਾ, ਆਹਰ ਵੀ ਕਰਨ ਕਰਾਉਣ ਵਾਲਾ ਉਹੀ ਹੈ। ਉਹਨੇ ਹੀ ਤੈਨੂੰ ਪੈਦਾ ਕੀਤਾ, ਉਹੀ ਰੋਜੀ ਰੋਟੀ ਦੇਣ ਵਾਲਾ। ਉਹਨੇ ਜੇ ਤੈਨੂੰ ਠਾਇਆ ਨਾ, ਜੇ ਤੈਨੂੰ ਸਵਾਸ ਬਖਸ਼ ਤੇ ਕੋਈ ਗੱਲ ਨਹੀਂ, ਜੇ ਅੱਜ ਦਾ ਦਿਨ ਦੇਖਣ ਨੂੰ ਦਿੱਤਾ, ਉਹਨੇ ਸਵਾਸਾਂ ਦੀ ਪੂੰਜੀ ਦੇਤੀ ਤਾਂ ਰੋਟੀ ਵੀ ਦੇ ਦੂਗਾ। ਕੋਈ ਗੱਲ ਨਹੀਂ, ਫਿਕਰ ਨਾ ਕਰ। ਬਾਹਰਲੇ ਆਹਰ ਦਾ ਆਹਰ ਸਭ ਕਰਦਾ ਫਿਰੈ, ਆਹਰ ਇੱਕ ਨਾ ਹੋਏ। ਜਿਤ ਆਹਰ ਜਗ ਉਧਰੈ, ਬਿਰਲਾ ਬੂਝੈ ਕੋਏ। ਮਹਾਰਾਜ ਕਹਿੰਦੇ ਆਹਰ 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 ਸਾਰਾ ਕਰਦੇ ਫਿਰਦੇ ਆ ਦੁਨੀਆ, ਪਰ ਸਾਰੀ ਬਾਹਰਲਾ ਕਰਦੀ ਫਿਰਦੀ ਆ ਅੰਦਰਲੇ ਆਹਰ ਦਾ ਕੋਈ ਧਿਆਨ ਹੀ ਨਹੀਂ ਕਰਦਾ। ਤੂੰ ਫਿਕਰ ਨਾ ਕਰ, ਚਿਤਵਨੀ ਨਾ ਲਾ। ਜੇ ਤੇਰਾ ਘੰਟਾ 2 ਘੰਟੇ ਇੱਧਰ ਲੱਗਦੇ ਆ, ਇਹਦੇ ਵਾਸਤੇ ਮਿਲੇਗਾ ਤੈਨੂੰ ਕੋਈ ਕੀ ਕੁਝ ਸੋਚ ਵੀ ਨਹੀਂ ਸਕਦਾ। ਉਹ ਪ੍ਰਮਾਤਮਾ ਨੇ ਆਹਰ ਕੀਤਾ ਹੋਇਆ, ਸਾਰਾ ਕੁਝ ਕੀਤਾ ਹੋਇਆ। ਟੇਕ ਕੇ ਸੁਣ ਗੁਰਬਾਣੀ ਨੂੰ। ਉਹ ਪ੍ਰਮਾਤਮਾ ਵਾਹਿਗੁਰੂ ਬੜਾ ਵੱਡਾ ਦਾਤਾ ਦੇਣ ਵਾਲਾ ਹੈ। ਸੈਲ ਪੱਥਰ ਮਹਿ ਜੰਤੋ ਪਾਏ, ਤਾ ਕਾ ਰਿਜਕ ਆਗੈ ਕਰ ਧਰਿਆ। ਸੈਲ ਪੱਥਰ, ਵੱਡੇ ਵੱਡੇ ਪੱਥਰਾਂ ਦੇ ਵਿੱਚ, ਪਹਾੜਾਂ ਦੇ ਵਿੱਚ ਵੀ ਕੀਟ ਪਏ ਆ। ਉਦਾਹਰਨ ਬਖਸ਼ਿਸ਼ ਕਰ ਰਹੇ ਹਨ ਗੁਰੂ ਪਾਤਸ਼ਾਹ ਜੀ ਕਿ ਉੱਥੇ ਵੀ ਜੰਤ ਜੇ ਪੈਦਾ ਕੀਤੇ ਆ ਨਾ ਪ੍ਰਮਾਤਮਾ ਨੇ, ਵਾਹਿਗੁਰੂ ਨੇ, ਤਾਂ ਉਹਨਾਂ ਦਾ ਰਿਜਕ ਆਗਿਆ ਕਰ ਧਰਿਆ। ਉਹ ਪੱਥਰਾਂ ਦੇ ਵਿੱਚ ਵੀ ਭਾਈ ਪ੍ਰਮਾਤਮਾ ਵਾਹਿਗੁਰੂ ਨੇ ਕੀੜਿਆਂ ਨੂੰ ਰਿਜਕ ਦਿੱਤਾ ਹੋਇਆ। ਉੱਥੇ ਬੰਦਿਆ ਤੂੰ ਕਿੱਥੇ ਜਾ, ਆਪਾਂ ਕਹਿ ਦਿੰਦੇ ਆ ਮਹੀਨਾ ਕਾ ਮਾਘ ਦਾ ਮਹੀਨਾ ਤਿਲ ਚੌਲੀ ਪਾ ਕੇ ਵੀ ਖਾਨੀ ਕਿੱਡਾ ਕੁ ਵੱਡਾ ਪੁੰਨ ਕਰ ਲਿਆ। ਨਹੀਂ, ਇਹ ਤਾਂ ਬਾਹਰਲੀਆਂ ਗੱਲਾਂ ਗੁਰਮੁਖ ਪਿਆਰਿਓ, ਗੁਰਬਾਣੀ ਤੋਂ ਪਰੇ ਦੀਆਂ ਗੱਲਾਂ। ਉਹ ਪ੍ਰਮਾਤਮਾ ਨੇ ਸਾਰਾ ਕੀਟਾਂ ਨੂੰ, ਕੀੜਿਆਂ ਨੂੰ, ਸਭ ਨੂੰ ਦਿੱਤਾ ਹੋਇਆ। ਅਸੀਂ ਕੌਣ ਆ ਉਹਨਾਂ ਨੂੰ ਕਰਨ ਵਾਲੇ? ਉਹ ਪ੍ਰਮਾਤਮਾ ਦੀ ਰਜ਼ਾ ਦੇ ਵਿੱਚ ਸਾਰਾ ਕੁਝ ਹੋ ਰਿਹਾ। ਤੂੰ ਬੰਦਾ ਬਣਨ ਵਾਲੇ ਕੰਮ ਕਰ, ਆ ਗਿਆਨ ਪ੍ਰਾਪਤ ਕਰ, ਗੁਰਬਾਣੀ ਨਾਲ ਜੁੜ ਤੇ ਅੰਦਰੋਂ ਪ੍ਰਮਾਤਮਾ ਦੀ ਪ੍ਰਾਪਤੀ ਵੱਲ ਨੂੰ ਤੁਰ। ਉਹ ਪ੍ਰਮਾਤਮਾ ਵਾਹਿਗੁਰੂ ਨੇ ਸਭ ਨੂੰ ਰਿਜਕ ਦਿੱਤਾ ਹੋਇਆ। ਪੱਥਰ ਦੇ ਵਿੱਚ ਕੀੜਿਆਂ ਦਾ ਵੀ ਰਿਜਕ ਅੱਗੇ ਪਿਆ ਭਾਈ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। हे ਮੇਰੇ ਮਾਧੋ ਜੀ, हे ਮੇਰੇ ਪਰਮਾਤਮਾ ਜੀ, हे ਮੇਰੇ ਵਾਹਿਗੁਰੂ ਜੀ, ਸਤ ਸੰਗਤ ਮਿਲੇ ਸੋ ਤਰਿਆ। ਜਿੰਨਾ ਗੁਰਮੁਖ ਪਿਆਰਿਆਂ ਨੂੰ ਸਤ ਸੰਗਤ ਦੀ ਪ੍ਰਾਪਤੀ ਹੋ ਗਈ, ਉਹ ਤਾਂ ਭਾਈ ਭਵਜਲ ਤੋਂ ਤਰ ਗਏ। ਬਾਹਰਲੀਆਂ ਗੱਲਾਂ ਦੀ ਕੀ ਤੂੰ ਕਰਦਾ ਮਨਾ ਮੇਰਿਆ, ਕਾਹਦੀਆਂ ਚਿਤਵਨੀਆਂ ਕਰਦਾ? ਤੂੰ ਭਵਜਲ ਤੋਂ ਤਰਨ ਦਾ ਫਿਕਰ ਕਰ। ਤੇਰੇ ਮੂਹਰੇ 84 ਦਾ ਗੇੜ ਬਣਿਆ ਪਿਆ, ਉਹਦਾ ਫਿਕਰ ਕਰ। ਅੰਦਰ ਤੇਰੇ ਕਲ ਹੋਈ ਪਈ ਆ, ਅੰਦਰੋਂ ਮੱਚਿਆ ਪਿਆ, ਅੰਦਰੋਂ ਸੜਿਆ ਪਿਆ। ਉਹਦਾ ਵਿਗਾਸ ਲਿਆਉਣ ਦਾ ਕਾਰਨ ਕੀ ਹੈ ਤੇਰਾ? ਕੀ ਗੱਲ ਆ, ਕੀ ਬਾਤ ਆ? ਕਿਉਂ ਤੂੰ ਇਹ ਮਾਇਆ ਦੇ ਵਿੱਚ ਫਸਿਆ? ਸਾਰੇ ਚੱਕਰ ਚੋਂ ਤੋਂ ਨਿਕਲਣ ਦੀ ਕੋਸ਼ਿਸ਼ ਕਰ, ਸਤ ਸੰਗਤ ਕਰ। ਗੁਰੂ ਬਾਬਾ ਜੀ ਸਮਝਾ ਰਹੇ ਹਨ, ਜਿਹੜੇ ਸਤ ਸੰਗਤ ਕਰਦੇ ਆ ਉਹ ਤਰਿਆ, ਉਹ ਤਰ ਜਾਂਦੇ ਹਨ ਭਵਜਲ ਤੋਂ ਭਾਈ। ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਓ। ਗੁਰੂ ਦੀ ਕਿਰਪਾ, ਸਤ ਸੰਗਤ 'ਚ ਬੈਠਣ ਦੇ ਨਾਲ, ਆ ਗੁਰਬਾਣੀ ਨੂੰ ਸੁਣਨ ਦੇ ਨਾਲ, ਕਿਉਂਕਿ ਸਾਡੇ ਮਨਾਂ ਤੇ ਅਸਰ ਹੁੰਦਾ, ਇਹ ਔਰਾ ਬਣਦਾ, ਇੱਕ ਗੁਰਪ੍ਰਸਾਦ ਪ੍ਰਾਪਤ ਹੁੰਦਾ। ਤੇ ਜਿਹੜੇ ਭਾਈ ਸਤ ਸੰਗਤ ਕਰਦੇ ਆ, ਗੁਰਪ੍ਰਸਾਦ ਪ੍ਰਾਪਤ ਕਰ ਲੈਂਦੇ ਆ, ਗੁਰੂ ਦੀ ਕਿਰਪਾ ਦੇ ਪਾਤਰ ਬਣ ਜਾਂਦੇ ਆ। ਉਹ ਪਰਮ ਪਦ, ਉਹ ਅੰਦਰੋਂ ਉੱਚੀ ਪਦਵੀ ਪ੍ਰਾਪਤ ਕਰ ਲੈਂਦੇ ਆ, ਪਾ ਲੈਂਦੇ ਆ। ਜਿਵੇਂ ਆਪਾਂ ਨੂੰ ਗੁਰੂ ਨਾਨਕ ਬਾਬਾ ਜੀ ਨੇ ਜਪਜੀ ਸਾਹਿਬ ਜੀ ਦੇ ਵਿੱਚ ਸਮਝਾਇਆ ਸੀ ਕਿ 5 ਖੰਡਾਂ ਦੇ ਵਿੱਚ ਦੀ ਸੁਰਤ ਨਿਗਾਉਣੀ ਆ ਭਾਈ। ਪਹਿਲਾ ਧਰਮ ਖੰਡ, ਫਿਰ ਗਿਆਨ ਖੰਡ, ਫਿਰ ਸ਼ਰਮ ਖੰਡ, ਫਿਰ ਕਰਮ ਖੰਡ ਤੇ ਫਿਰ ਸੱਚਖੰਡ। ਇੰਨੀ ਉੱਚੀ ਪਦਵੀ ਪ੍ਰਾਪਤ ਕਰ ਲੈਂਦੇ ਆ ਜਿਹੜੇ ਸਤ ਸੰਗਤ ਕਰਦੇ ਆ ਭਾਈ। ਤੇ ਸੂਕੇ ਕਾਸ਼ਟ ਹਰਿਆ, ਜਿਹੜੇ ਲੱਕੜ ਦੇ ਵਾਂਗੂ ਸੁੱਕੇ ਹੋਏ ਮਾਨਾ, ਉਹ ਹਰੇ ਹੋ ਜਾਂਦੇ ਆ। ਉਹਨਾਂ ਦੇ ਜਿਹੜੇ ਅੰਦਰੋਂ ਬੁਝੇ ਹੋਏ ਦੀਵੇ ਆ ਨਾ, ਬੁਝੇ ਹੋਏ ਮਾਨਾ, ਉਹਨਾਂ ਦੇ ਅੰਦਰ ਜਿਉਣ ਦੀ ਲਾਲਸਾ ਜਾਗ ਆਉਂਦੀ ਆ। ਉਹ ਵਿਗਾਸ ਦੇ ਵਿੱਚ ਆ ਜਾਂਦੇ ਆ, ਉਹ ਖੇੜੇ ਦੇ ਵਿੱਚ ਆ ਜਾਂਦੇ ਆ ਭਾਈ। ਉਹ ਹਰੇ ਹੋ ਜਾਂਦੇ ਆ ਜਿਹੜੇ ਸਤ ਸੰਗਤ ਕਰਦੇ ਆ। ਉਹ ਸੁੱਕੇ ਹੋਏ ਮਨ ਹਰੇ ਹੋ ਜਾਂਦੇ ਹਨ ਜੀ। ਜਨਨ ਪਿਤਾ ਲੋਕ ਸੁਤ ਬਨਤਾ, ਕੋਏ ਨਾ ਕਿਸ ਕੀ ਧਰਿਆ। ਇੱਕ ਗੱਲ ਮੇਰੇ ਮਨਾਂ ਸੋਚ ਲਾ, ਠੀਕ ਆ, ਮਾਤਾ ਪਿਤਾ ਹੈਗੇ ਆ, ਸਤਿਕਾਰਯੋਗ ਆ, ਕਰਨਾ ਬਣਦਾ ਫਰਜ਼ ਜ਼ਰੂਰ ਆ, ਇਹ ਜ਼ਰੂਰੀ ਆ ਸਾਡੇ ਵਾਸਤੇ। ਪਰ ਅਖੀਰ ਦੇ ਵਿੱਚ
ਕੋਈ ਕੰਮ ਨਹੀਂ ਆਉਣਾ। ਜਨਨ ਜਨਮ ਦੇਣ ਵਾਲੀ ਮਾਤਾ, ਆਮ ਤੌਰ 'ਤੇ ਮਾਤਾ ਪਿਤਾ ਤਾਂ ਪਹਿਲਾਂ ਹੀ ਚਲੇ ਜਾਂਦੇ ਆ ਬੰਦੇ ਦੇ ਬੁੱਢੇ ਹੋਣ ਤੋਂ। ਜਨਨ ਪਿਤਾ ਲੋਕ, ਆ ਲੋਕਾਂ ਦੇ ਵਾਸਤੇ ਲੋਕ ਐਂ ਕੀ ਕਹਿਣਗੇ, ਤੇ ਜਿਹੜਾ ਸਭ ਤੋਂ ਵੱਡਾ ਰੋਗ ਮੇਰੇ ਬਾਰੇ ਕੀ ਕਹਿਣਗੇ ਲੋਕ, ਇਹੀ ਮਾਰ ਜਾਂਦਾ। ਗੁਰੂ ਪਾਤਸ਼ਾਹ ਜੀ ਇਹਨਾਂ ਤੋਂ ਵੀ ਤੋੜ ਰਹੇ ਆ। ਜਨਮ ਦੇਣ ਵਾਲੀ ਮਾਤਾ ਪਿਤਾ ਲੋਕ, ਸੁੱਤ ਬੰਤਾ ਪੁੱਤਰ ਧੀਆਂ, ਕੋਏ ਨਾ ਕਿਸ ਕੀ ਧਰਿਆ। ਜਦੋਂ ਅੰਦਰੋਂ ਮਨ ਪਰੇਸ਼ਾਨ ਆ, ਜਦੋਂ ਮਨ ਜਮਾਂ ਨੇ ਘੇਰ ਲਿਆ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ, ਆ ਗਿਆਨ ਤੋਂ ਬਿਨਾ, ਗੁਰਪ੍ਰਸਾਦ ਤੋਂ ਬਿਨਾ, ਗੁਰੂ ਦੀ ਕਿਰਪਾ ਤੋਂ ਬਿਨਾ, ਆ ਅਕਲ ਦੇ ਦਾਨ ਤੋਂ ਬਿਨਾ ਤੂੰ ਨਹੀਂ ਛੁੱਟ ਸਕਦਾ ਭਾਈ। ਕੁਝ ਨਹੀਂ ਕਰ ਸਕਦੇ। ਬਾਹਰਲੇ ਜਨਨ ਪਿਤਾ ਲੋਕ ਸੁੱਤ ਬੰਨਤਾ, ਕੋਏ ਨਾ ਕਿਸ ਕੀ ਧਰਿਆ, ਇਹ ਕਿਸੇ ਦੀ ਥਾਂ ਤੇ ਕੋਈ ਨਹੀਂ ਖੜ ਸਕਦਾ ਭਾਈ। ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਕਾਹੇ ਮਨ ਪਉ ਕਰਿਆ। ਇਹ ਸਿਰ ਸਿਰ ਰਿਜਕ, ਸਾਰੇ ਜਿਹਨੂੰ ਜੀਵ ਨੂੰ ਪੈਦਾ ਕੀਤਾ ਨਾ, ਉਹ ਪ੍ਰਮਾਤਮਾ ਵਾਹਿਗੁਰੂ ਨੇ ਉਹਨੂੰ ਕੰਪਲੀਟ ਪੈਦਾ ਕੀਤਾ। ਬਸ ਉਹਨੂੰ ਰਿਜ਼ਕ ਦੇ ਕੇ ਸਾਰਾ ਕੁਝ ਕਰਕੇ ਉਹੀ ਸੰਭਾਲਣਾ ਕਰਨ ਵਾਲਾ ਠਾਕੁਰ ਮਾਲਕ, ਕਾਹੇ ਮਨ ਭਉ ਕਰਿਆ। ਉਹ ਮੇਰੇ ਮਨਾ ਤੈਨੂੰ ਭੁੱਖਾ ਨਹੀਂ ਮਰਨ ਦਿੰਦਾ। ਉਹ ਪ੍ਰਮਾਤਮਾ ਵਾਹਿਗੁਰੂ ਕਿਸੇ ਨੂੰ ਭੁੱਖਾ ਨਹੀਂ ਮਰਨ ਦਿੰਦਾ ਭਾਈ। ਗੱਲ ਕਰ, ਸਾਡੀਆਂ ਇਛਾਵਾਂ ਵੱਧ ਜਾਂਦੀਆਂ, ਉਹ ਪੂਰੀਆਂ ਨਹੀਂ ਹੁੰਦੀਆਂ। ਬੰਦਾ ਸਾਰੀ ਉਮਰ ਉਹਦੇ ਵਿੱਚ ਹੀ ਲੱਗਿਆ ਰਹਿੰਦਾ। ਜੇ ਕਿਤੇ ਇਛਾਵਾਂ ਘਟਾ ਲਈਆਂ ਜਾਣ, ਰੋਟੀ ਤੋਂ ਭੁੱਖਾ ਨਹੀਂ ਕੋਈ ਮਰਦਾ। ਐ ਮੇਰੇ ਮਨਾ ਤੂੰ ਕਿਉਂ ਭੌ ਕਰਦਾ, ਕਿਉਂ ਇਹ ਭੈ ਦੇ ਵਿੱਚ ਤੁਰਿਆ ਫਿਰਦਾ। ਊੜੇ ਊੜ ਆਵੈ ਸੈ ਕੋਸਾ, ਤਿਸ ਪਾਛੈ ਬਚਰੇ ਛਰਿਆ। ਸਤ ਸੰਗਤ ਕਰਿਆ ਕਰ, ਚੰਗੇ ਕੰਮ ਕਰਿਆ ਕਰ, ਇੱਧਰ ਪ੍ਰਮਾਤਮਾ ਵਾਲੇ ਪਾਸੇ ਟਾਈਮ ਕੱਢ ਲਿਆ ਕਰ। 24 ਘੰਟਿਆਂ ਦੇ ਵਿੱਚੋਂ 10ਵਾਂ ਦਸੌਂ ਦੀ ਕੱਢ ਲਿਆ ਕਰ। ਐਵੇਂ ਨਾ ਸਾਰਾ ਠੀਕ ਆ, ਰੋਜੀ ਰੋਟੀ ਕਰਨੀ ਹੈ, ਉਹ ਵੀ ਗੱਲ ਜ਼ਰੂਰੀ ਹੈ, ਪਰ ਪਹਿਲ ਦੇ ਆਧਾਰ 'ਤੇ ਉਹ ਪ੍ਰਮਾਤਮਾ ਨੇ ਜਿਹੜੇ ਸਵਾਸ ਦਿੱਤੇ ਆ, ਸਵੇਰੇ ਉੱਠੇ ਆ, ਤੇ ਇਹ ਜਿਹੜਾ ਰਿਜ਼ਕ ਦੇ ਵਾਸਤੇ ਪ੍ਰਮਾਤਮਾ ਵਾਲਾ ਪਾਸਾ ਨਾ ਛੱਡਦੀ। ਇਹ ਸਮਝਾ ਰਹੇ ਹਨ ਇੱਕ ਉਦਾਹਰਨ ਦੇ ਕੇ ਵੀ ਦੇਖ ਭਾਈ, ਦੇਖ ਮੇਰੇ ਮਨਾਂ, ਦੇਖੋ ਗੁਰਮੁਖ ਪਿਆਰਿਓ, ਊੜੇ ਊੜ ਆਵੈ ਸਹਿ ਕੋਸਾ, ਤਿਸ ਪਾਛੈ ਬਚਰੇ ਛਰਿਆ। ਕੂੰਜਾਂ ਭਾਈ, ਕੂੰਜਾਂ ਰੋਜੀ ਦੀ ਖਾਤਰ, ਰੋਜੀ ਰੋਟੀ ਦੀ ਖਾਤਰ, ਆਪਣੇ ਖਾਣੇ ਦੀ ਖਾਤਰ, ਆਪਣੇ ਚੋਗੇ ਦੀ ਖਾਤਰ 100 ਕੋਸਾਂ ਦੂਰ ਆ ਜਾਂਦੀਆਂ। ਤੇ ਕਿਤੇ ਪਾਛੈ ਬਚਰੇ ਛਰਿਆ, ਤੇ ਉਹ ਆਪਣੇ ਬੱਚੇ ਆ ਕਿਹਦੇ ਕੋਲੇ ਛੱਡ ਕੇ ਆਉਂਦੀਆਂ? ਉਹ ਪ੍ਰਮਾਤਮਾ ਵਾਹਿਗੁਰੂ ਦੇ ਸਹਾਰੇ ਹੀ ਆ। ਭਾਵ ਕਿ ਤੇਰੇ ਬੱਚਿਆਂ ਨੂੰ ਪਾਲਣ ਵਾਲਾ ਵੀ ਉਹ ਪ੍ਰਮਾਤਮਾ ਵਾਹਿਗੁਰੂ ਆ। ਤੂੰ ਇਹ ਨਾ ਕਹੀਂ ਵੀ ਬੱਚਿਆਂ ਦੀ ਖਾਤਰ ਹੀ ਕਿਤੇ ਬੁਰੇ ਕੰਮ ਕਰਕੇ ਆਪ ਫਸ ਜਾਵੇਂ, ਆਪਣੇ ਆਪ ਨੂੰ ਬੰਧਾ ਲਵੇਂ। ਇਹ ਛਡਾਉਣਾ ਚਾਹੁੰਦੇ ਆ ਗੁਰੂ ਬਾਬਾ ਜੀ ਕਿ ਦੇਖ ਭਾਈ, ਉਹ ਪ੍ਰਮਾਤਮਾ ਤੇ ਵਿਸ਼ਵਾਸ ਕਰ। ਸਾਡਾ ਟੁੱਟਿਆ ਹੋਇਆ ਵਿਸ਼ਵਾਸ ਉਹ ਪ੍ਰਮਾਤਮਾ ਨਾਲ ਜੋੜਨਾ ਚਾਹੁੰਦੇ ਆ। ਉਹ ਸਭ ਨੂੰ ਰੋਜੀ ਰੋਟੀ ਦੇਣ ਵਾਲਾ। ਜਿਹੜੀਆਂ ਕੂੰਜਾਂ ਕਿੱਥੇ ਕਿੱਥੇ ਆ ਜਾਂਦੀਆਂ, ਉਹ ਕਿਹਦੇ ਕੋਲੇ ਬੱਚਿਆਂ ਨੂੰ ਛੱਡ ਕੇ ਆਉਂਦੀਆਂ। ਤਿੰਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮੈਂ ਸਿਮਰਨ ਕਰਿਆ। ਉਹਨਾਂ ਨੂੰ ਕੌਣ ਖਾਣਾ ਦਿੰਦਾ, ਕੌਣ ਚੁਗਾਵੈ, ਕੌਣ ਚੋਗਾ ਦਿੰਦਾ। ਤੇ ਇਹ ਮਨ ਦੇ ਵਿੱਚ ਸਿਮਰਨ ਕਰਿਆ। ਉਹ ਮਨ ਦੇ ਵਿੱਚ ਉਹਨਾਂ ਦੀ ਯਾਦ ਲੈ ਕੇ ਬੈਠੀਆਂ, ਉਹਨਾਂ ਨੂੰ ਯਾਦ ਕਰਦੀਆਂ, ਪਰਮਾਤਮਾ ਦੀ ਰਜ਼ਾ ਦੇ ਵਿੱਚ ਆਪਣੇ ਬੱਚਿਆਂ ਨੂੰ ਛੱਡ ਜਾਂਦੀਆਂ, ਤੇ ਉਹਨਾਂ ਦੀ ਪਾਲਣਾ ਭਾਵ ਪਰਮਾਤਮਾ ਵਾਹਿਗੁਰੂ ਕਰਦਾ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰੂ ਦੇ ਨਾਲ ਜੁੜ ਕੇ ਆਨੰਦ ਦੀ ਪ੍ਰਾਪਤੀ ਕਰ ਸਕਦੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਸਾਰਿਆਂ ਤੇ ਸੁਣਨ ਵਾਲਿਆਂ ਤੇ ਕਿਰਪਾ ਕਰਨ। ਇਸੇ ਤਰ੍ਹਾਂ ਛੋਟੀ ਛੋਟੀ ਪੌੜੀ ਚੜ੍ਹਦੇ ਆਪਾਂ ਸੱਚਖੰਡ ਤੱਕ ਪਹੁੰਚਣਾ। ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਦੀ ਮਿਹਰ ਤੇ ਸੰਗਤ ਦੇ ਪਿਆਰ ਸਦਕਾ ਇਹ ਸਾਰਾ ਕੁਝ ਸੰਭਵ ਹੋ ਸਕਦਾ। ਹੋਈਆਂ ਭੁੱਲਾਂ ਗਲਤੀਆਂ ਕਮੀਆਂ ਦੀ ਮਾफ़ੀ ਬਖਸ਼ਣਾ ਜੀ। ਆਓ ਗੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।